वेलकम बैक टू ऑनलाइन इंग्लिश क्लासेस एंड माय डियर स्टूडेंट्स। मैं उम्मीद करती ਹਾਂ ਕਿ ਅੱਜ ਤੋਂ ਪਹਿਲਾਂ ਜਿੰਨੇ ਵੀ ਟੌਪਿਕ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਹਨ ਤੁਸੀਂ ਬਹੁਤ ਹੀ ਧਿਆਨ ਨਾਲ ਸੁਣੇ ਤੇ ਦੇਖੇ ਹੋਣਗੇ ਤੇ ਤੁਹਾਨੂੰ ਉਹਨਾਂ ਦੀ ਚੰਗੀ ਸਮਝ ਵੀ ਹੋਏਗੀ। ਅੱਜ ਦਾ ਜੋ ਟੌਪਿਕ ਹੈ ਇਹ ਵੀ ਇੰਗਲਿਸ਼ ਗ੍ਰਾਮਰ ਦੇ ਉੱਪਰ ਹੀ ਬੇਸਡ ਹੈ। ਇਹ ਹੈ ਹਾਊ ਟੂ ਚੇਂਜ ਵੌਇਸ। ਸਭ ਤੋਂ ਪਹਿਲਾਂ ਅਸੀਂ ਐਕਟਿਵ ਵੌਇਸ ਐਂਡ ਪੈਸਿਵ ਵੌਇਸ ਦੇ ਡਿਫਰੈਂਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇੱਕ ਹੀ ਗੱਲ ਪੁੱਛਦੇ ਆ ਕਿ ਦੋਨਾਂ ਦਾ ਇੱਕ ਹੀ ਮੀਨਿੰਗ ਹੈ, ਇੱਕ ਹੀ ਸੈਂਸ ਕਨਵੇ ਕਰਦੇ ਆ, ਸਿਰਫ ਲਿਖਣ ਦਾ ਤਰੀਕਾ ਉਹਨਾਂ ਦਾ ਕਹਿਣ ਦਾ ਅੰਦਾਜ਼ ਡਿਫਰੈਂਟ ਹੈ ਤਾਂ ਫਿਰ ਕਿਉਂ ਇਹ ਅਲੱਗ-ਅਲੱਗ ਤਰ੍ਹਾਂ ਲਿਖੇ ਜਾਂਦੇ ਆ। ਮਾਈ ਡੀਅਰ ਸਟੂਡੈਂਟ, ਜੋ ਐਕਟਿਵ ਵੌਇਸ ਹੁੰਦੇ ਆ ਉਹਦੇ ਵਿੱਚ ਸਬਜੈਕਟ ਇੰਪੋਰਟੈਂਟ ਹੁੰਦਾ ਹੈ ਤੇ ਜੋ ਪੈਸਿਵ ਵੌਇਸ ਹੁੰਦੇ ਉਹਦੇ ਵਿੱਚ ਵਰਕ ਇੰਪੋਰਟੈਂਟ ਹੁੰਦਾ ਹੈ। ਸੋ ਜਿਸ ਦੀ ਇੰਪੋਰਟੈਂਸ ਸ਼ੋ ਕਰਨੀ ਆ ਉਸੇ ਤਰ੍ਹਾਂ ਦਾ ਅਸੀਂ ਵੌਇਸ ਜਾਂ ਸੈਂਟੈਂਸ ਲਿਖ ਦਿੰਦੇ ਆ। ਜਿਸ ਤਰ੍ਹਾਂ ਕੋਈ ਕੰਮ ਹੋਇਆ ਸਪੋਜ਼ ਤੇ ਮੈਂ ਪੁੱਛਿਆ ਕਿ ਹੂ ਡਿਡ ਇਟ, ਤਾਂ ਰਿਸਪੌਂਸ ਕੀ ਹੋਏਗਾ, ਆਈ ਡਿਡ ਇਟ ਔਰ ਸ਼ੀ ਡਿਡ ਇਟ। ਰਾਈਟ, ਇੱਥੇ ਸਬਜੈਕਟ ਇੰਪੋਰਟੈਂਟ ਹੈ, ਕਿਸਨੇ ਕੰਮ ਕੀਤਾ, दैट person is important, he ਤੇ I important ਹੈ। ਸੋ such kind of sentences are always written in active voice form। ਜਦੋਂ ਇਹ ਕਿਸਨੇ ਕੀਤਾ ਇੰਪੋਰਟੈਂਟ ਨਹੀਂ ਹੁੰਦਾ ਜਾਂ ਇਹ ਮਾਇਨੇ ਨਹੀਂ ਰੱਖਦਾ, ਸਿਰਫ ਕੰਮ ਇੰਪੋਰਟੈਂਟ ਹੈ। ਸੋ ਮੈਂ ਕੁਝ ਕਿਹਾ ਸੀ ਕੱਲ ਹੋ ਗਿਆ, ਯੈਸ ਇਟ ਵਾਸ ਡਨ, है ना, तो मैं कि यस इट वाज डन, इट मीनस ਉੱਥੇ ਸਿਰਫ ਕੰਮ ਹੈ। ਬਾय ਹਿਮ ਬਾय ਮੀ ਉਹ ਤਾਂ ਗੱਲ ਹੀ ਨਹੀਂ ਕੀਤੀ, ਉਹ ਮੈਂਸ਼ਨ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਕਿਸਨੇ ਕੀਤਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਉਹ ਮਾਇਨੇ ਨਹੀਂ ਰੱਖਦੇ ਕਿ ਕੰਮ ਹੋ ਗਿਆ ਉਹੀ ਮਾਇਨੇ ਰੱਖਦਾ ਹੈ। ਸੋ ਜਿੱਥੇ ਅਸੀਂ ਵਰਕ ਦੀ ਇੰਪੋਰਟੈਂਸ ਸ਼ੋ ਕਰਨੀ ਆ ਉੱਥੇ ਅਸੀਂ ਪੈਸਿਵ ਵੌਇਸ ਯੂਜ਼ ਕਰਦੇ ਹਾਂ। ਆਈ ਹੋਪ ਇੰਨਾ ਕੁ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। If subject is important, then we'll write active voice. If work is important, they will write the sentence in passive voice form. Right? ਹੁਣ ਦੇਖੋ ਇੱਕ ਨੈਕਸਟ ਸਲਾਈਡ ਹੈ ਜਿਸ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜਦੋਂ ਐਕਟਿਵ ਵੌਇਸ ਤੋਂ ਪੈਸਿਵ ਵੌਇਸ ਦੇ ਵਿੱਚ ਅਸੀਂ ਸੈਂਟੈਂਸ ਨੂੰ ਚੇਂਜ ਕਰਨਾ ਤਾਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ। ਤੁਹਾਨੂੰ ਐਗਜ਼ਾਮ ਦੇ ਵਿੱਚ ਐਕਟਿਵ ਵੌਇਸ ਨੂੰ ਪੈਸਿਵ ਵੌਇਸ ਦੇ ਵਿੱਚ ਵੀ ਚੇਂਜ ਕਰਨ ਲਈ ਕਹਿ ਸਕਦੇ ਆ ਜਾਂ ਪੈਸਿਵ ਵੌਇਸ ਜਿੱਦਾਂ ਹੋ ਸਕਦਾ ਤੇ ਉਸਨੂੰ ਐਕਟਿਵ ਵੌਇਸ ਦੇ ਵਿੱਚ ਚੇਂਜ ਕਰਨ ਲਈ ਵੀ ਕਹਿ ਸਕਦੇ ਆ। ਜੋ ਚੀਜ਼ਾਂ ਤੁਸੀਂ ਐਕਟਿਵ ਵੌਇਸ ਤੋਂ ਪੈਸਿਵ ਵੌਇਸ ਬਣਾਉਂਦੇ ਹੋਏ ਲਿਖ ਰਹੇ ਹੋ ਜਾਂ ਐਡ ਕਰ ਰਹੇ ਹੋ, ਉਹੀ ਚੀਜ਼ਾਂ ਨੂੰ ਜਦੋਂ ਤੁਸੀਂ ਰਿਮੂਵ ਕਰ ਦੋਗੇ ਤਾਂ ਪੈਸਿਵ ਵੌਇਸ ਫਿਰ ਦੁਬਾਰਾ ਐਕਟਿਵ ਵੌਇਸ ਦੇ ਵਿੱਚ ਚੇਂਜ ਹੋ ਜਾਏਗਾ। ਦ ਟੀਚਰ ਡਿਵਾਈਸਿਸ ਇਫੈਕਟਿਵ ਸਟ੍ਰੈਟੇਜੀਜ਼, ਮੈਂ ਇੱਕ ਸੈਂਟੈਂਸ ਲਿੱਤਾ ਜਿਹਦੇ ਵਿੱਚ ਕਿ ਦ ਟੀਚਰ ਸਬਜੈਕਟ ਹੈ, ਡਿਵਾਈਸਿਸ ਵਰਬ ਹੈ ਐਂਡ ਇਫੈਕਟਿਵ ਸਟ੍ਰੈਟੇਜੀਜ਼ ਆਬਜੈਕਟ ਹੈ। ਜਦੋਂ ਇਸੇ ਨੂੰ ਮੈਂ ਪੈਸਿਵ ਵੌਇਸ ਦੇ ਵਿੱਚ ਕੀਤਾ ਮੇਰਾ ਸਬਜੈਕਟ ਆਬਜੈਕਟ ਬਣ ਗਿਆ ਐਂਡ ਜੋ ਐਕਟਿਵ ਵੌਇਸ ਦਾ ਆਬਜੈਕਟ ਸੀ ਉਹ ਪੈਸਿਵ ਵੌਇਸ ਦਾ ਸਬਜੈਕਟ ਬਣ ਗਿਆ। ਇਫੈਕਟਿਵ ਸਟ੍ਰੈਟੇਜੀਜ਼ ਆਰ ਡਿਵਾਈਸਡ ਬਾय ਦ ਟੀਚਰ, ਇਹ ਮੇਰਾ ਸੈਂਟੈਂਸ ਬਣ ਗਿਆ ਪੈਸਿਵ ਵੌਇਸ ਦੇ ਵਿੱਚ। ਹੁਣ ਚੇਂਜ ਕੀ ਆਇਆ, ਜੋ ਡਿਵਾਈਸਿਸ ਵਰਬ ਸੀ ਇਹ ਟ੍ਰਾਂਜ਼ਿਟਿਵ ਵਰਬ ਸੀਗੀ ਕਿਉਂਕਿ ਇਸ ਤੋਂ ਬਾਅਦ ਇੱਕ ਡਾਇਰੈਕਟ ਆਬਜੈਕਟ ਦਿੱਤਾ ਹੋਇਆ ਸੀ ਤੇ ਜਿੰਨੇ ਵੀ ਟ੍ਰਾਂਜ਼ਿਟਿਵ ਵਰਬ ਨਾਲ ਸੈਂਟੈਂਸਸ ਬਣਨਗੇ ਸਿਰਫ ਉਹੀ ਚੇਂਜ ਹੋਣਗੇ ਐਕਟਿਵ ਵੌਇਸ ਟੂ ਪੈਸਿਵ ਵੌਇਸ। ਇਨਟ੍ਰਾਂਜ਼ਿਟਿਵ ਆਪਣੇ ਆਪ ਵਿੱਚ ਕੰਪਲੀਟ ਸੈਂਸ ਕਨਵੇ ਕਰ ਰਿਹਾ ਤੇ ਉੱਥੇ ਸਬਜੈਕਟ ਹੀ ਇੰਪੋਰਟੈਂਟ ਹੈ, ਉਹਨੂੰ ਚੇਂਜ ਕਰਨ ਦੀ ਲੋੜ ਨਹੀਂ ਹੈ ਤੇ ਉਹ ਹੋਏਗਾ ਵੀ ਨਹੀਂ ਪੈਸਿਵ ਵੌਇਸ ਦੇ ਵਿੱਚ। ਜਿਸ ਤਰ੍ਹਾਂ ਆਈ ਲਾਫਡ, it has no object because the verb used is intransitive, so it is complete in itself, it conveys the complete sense। तो ये वॉइस जो है एक्टिव वॉइस ये पैसिव वॉइस चेंज नहीं होंगे, एक इस चीज का ध्यान रखना। दूसरा, ਜਦੋਂ ਅਸੀਂ ਇਹ ਆਰਡਰ ਚੇਂਜ ਕੀਤਾ ਸੀਗਾ ਜੋ ਮੇਰਾ ਸਬਜੈਕਟ ਸੀ ਐਕਟਿਵ ਵੌਇਸ ਦਾ ਉਹ ਪੈਸਿਵ ਵੌਇਸ ਦਾ ਆਬਜੈਕਟ ਬਣ ਗਿਆ, ਜੋ ਆਬਜੈਕਟ ਸੀ ਐਕਟਿਵ ਵੌਇਸ ਦਾ ਉਹ ਪੈਸਿਵ ਵੌਇਸ ਦਾ ਸਬਜੈਕਟ ਬਣ ਗਿਆ। ਵਰਬ ਆਪਣੀ ਜਗ੍ਹਾ ਤੇ ਰਹੀ ਬਟ ਵਰਬ ਤੋਂ ਪਹਿਲਾਂ ਇੱਕ ਬੀ ਫਾਰਮ ਲੱਗ ਗਈ ਜਾਂ ਆਕਸਿਲਰੀ ਵਰਬ ਅਸੀਂ ਯੂਜ਼ ਕੀਤੀ ਹੈ। ਦੂਸਰਾ, ਪੈਸਿਵ ਵੌਇਸ ਦੇ ਜਿੰਨੇ ਵੀ ਸੈਂਟੈਂਸਸ ਹੋਣਗੇ, ਜਿੰਨੇ ਵੀ ਸੈਂਟੈਂਸਸ ਪੈਸਿਵ ਵੌਇਸ ਦੇ ਹੋਣਗੇ ਸਾਰਿਆਂ ਦੇ ਵਿੱਚ ਵਰਬ ਦੀ ਥਰਡ ਫਾਰਮ ਹੀ ਯੂਜ਼ ਹੋਏਗੀ ਤੇ ਉਹਨਾਂ ਦੇ ਆਬਜੈਕਟ ਤੋਂ ਪਹਿਲਾਂ ਇੱਕ ਪ੍ਰੈਪੋਜੀਸ਼ਨ ਲੱਗੇਗੀ। ਇੱਥੇ ਬਾय ਲੱਗਿਆ, ਕੁਝ ਐਕਸੈਪਸ਼ਨਲ ਕੇਸਿਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਪ੍ਰੈਪੋਜੀਸ਼ਨ ਬਾय ਨਹੀਂ ਲੱਗਦੀ, ਜਿਸ ਤਰ੍ਹਾਂ ਕੰਟੇਨਡ ਵਰਬ ਆ ਗਈ ਤਾਂ ਇਨ ਲੱਗੇਗਾ, ਸਰਪ੍ਰਾਈਜ਼ਡ ਆ ਗਿਆ ਤਾਂ ਐਟ ਲੱਗੇਗਾ, ਨੋਨ ਆ ਗਿਆ ਤਾਂ ਟੂ ਲੱਗੇਗਾ। ਸੋ ਕੁਝ ਥੋੜੀ ਜਿਹੀ ਵਰਬਸ ਹੁੰਦੀਆਂ ਜਿਨ੍ਹਾਂ ਦੇ ਨਾਲ ਪ੍ਰੈਪੋਜੀਸ਼ਨ ਬਾय ਨਹੀਂ in, at, with ਲੱਗ ਸਕਦੀ ਹੈ। ਰਾਈਟ, ਐਂਡ ਨੈਕਸਟ ਦੇਖੋ ਇਸ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਬਜੈਕਟਿਵ ਕੇਸਿਸ ਨੂੰ ਆਬਜੈਕਟਿਵ ਕੇਸਿਸ ਦੇ ਵਿੱਚ ਚੇਂਜ ਕੀਤਾ ਜਾਂਦਾ ਹੈ।
मैं एग्जाम्पल फिर ਉਹੀ ਸਿੰਪਲ ਸੈਂਟੈਂਸ ਜੋ ਤੁਹਾਡੇ ਨਾਲ ਇੱਕ ਸ਼ੇਅਰ ਕੀਤਾ ਸੀਗਾ I did it है ना उसਨੂੰ लेना चाहूंगी I did it it was done by me ਇਹ ਅਸੀਂ ਚੇਂਜ ਕੀਤਾ ਸੀ ਇਟ ਮੀਨਸ I me ਦੇ ਵਿੱਚ ਚੇਂਜ ਹੋ ਗਿਆ ਸੀ ਜੇ ਇਸੀ I ਦੀ ਜਗ੍ਹਾ ਤੇ he ਹੋਵੇ he did it it was done by him she did it it was done by her they did it it was done by them we did it it was done by us ਸੋ ਆਈ ਹੋਪ ਇਹ ਵੀ ਕਲੀਅਰ ਹੋ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਤੁਸੀਂ I he she they ਤੇ we ਨੂੰ ਚੇਂਜ ਕਰਨਾ ਹੈ you ਤੇ it ਇਹ ਦੋਨੋਂ they would remain same ਸਬਜੈਕਟਿਵ ਤੇ ਆਬਜੈਕਟਿਵ ਕੇਸਿਸ ਦੇ ਵਿੱਚ ਇਹਨਾਂ ਨੂੰ ਇਸੇ ਤਰ੍ਹਾਂ ਯੂਜ਼ ਕਰਦੇ ਆ you did it it was done by you ਇਸ ਤੋਂ ਇਲਾਵਾ ਜਿੰਨੇ ਵੀ ਪ੍ਰੋਪਰ ਨਾਉਨ ਆ ਗਏ ਜਾਂ ਕਾਮਨ ਨਾਉਨ ਆ ਗਏ ਜਿਸ ਤਰ੍ਹਾਂ John did it it was done by John they would also remain same they won't undergo any change right the boy did it it was done by the boy ਉਹ ਸੇਮ ਹੀ ਰਹਿਣਗੇ ਬਸ I he she they we ਇਹਨਾਂ ਦਾ ਤੁਸੀਂ ਧਿਆਨ ਰੱਖਣਾ ਜਦੋਂ ਤੁਸੀਂ ਐਕਟਿਵ ਵੌਇਸ ਟੂ ਪੈਸਿਵ ਵੌਇਸ ਜਾਂ ਪੈਸਿਵ ਵੌਇਸ ਟੂ ਐਕਟਿਵ ਵੌਇਸ ਚੇਂਜ ਕਰੋਗੇ ਤਾਂ ਇਹ ਵਾਲੇ ਜੋ ਰਿਫਲੈਕਟ ਕੀਤੇ ਹੋਏ ਆ ਚੇਂजेस ਆਣਗੇ I into me and me into I right subject into object and object into subject yes ਸੋ ਸਟੂਡੈਂਟ ਇਸ ਸਲਾਈਡ ਨੂੰ ਚੰਗੀ ਤਰ੍ਹਾਂ ਦੇਖੋ ਇਸ ਸਲਾਈਡ ਦੇ ਵਿੱਚ ਟੈਂਸ ਦਿੱਤੇ ਹੋਏ ਆ ਉਹਨਾਂ ਦੇ ਰੂਲਸ ਦਿੱਤੇ ਹੋਏ ਆ ਤੇ ਫਿਰ ਐਗਜ਼ਾਮਪਲਸ ਲਿਖੀਆਂ ਹੋਈਆਂ ਐਕਟਿਵ ਤੋਂ ਪੈਸਿਵ ਵੌਇਸ ਕਿਸ ਤਰ੍ਹਾਂ ਬਣਦਾ ਹੈ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ ਇੱਕ ਤਾਂ ਹਰ ਟੈਂਸ ਦਾ ਹਰ ਸਬ ਟਾਈਪ ਪੈਸਿਵ ਵੌਇਸ ਦੇ ਵਿੱਚ ਨਹੀਂ ਲਿਖਿਆ ਜਾਂਦਾ ਸੈਕੰਡਲੀ ਜਦੋਂ ਤੁਸੀਂ ਐਕਟਿਵ ਵੌਇਸ ਨੂੰ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਦੇ ਹੋ ਤਾਂ ਤੁਸੀਂ ਟੈਂਸ ਚੇਂਜ ਨਹੀਂ ਕਰੋਗੇ ਟੈਂਸ ਸੇਮ ਹੀ ਰਹੇਗਾ ਹੁਣ ਰੂਲ ਦੇ ਅਕੋਰਡਿੰਗ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਵੀ ਅਸੀਂ ਪੜ੍ਹਿਆ ਸੀ ਕਿ ਵਰਬ ਦੀ ਐਕਟਿਵ ਵੌਇਸ ਦੇ ਵਿੱਚ ਫਰਸਟ ਫਾਰਮ ਸੈਕੰਡ ਫਾਰਮ ਜਾਂ ਥਰਡ ਫਾਰਮ ਦਿੱਤੀ ਹੋ ਸਕਦੀ ਹੈ ਪੈਸਿਵ ਵੌਇਸ ਦੇ ਵਿੱਚ ਹਮੇਸ਼ਾ ਵਰਬ ਦੀ ਥਰਡ ਫਾਰਮ ਹੀ ਹੋਏਗੀ ਜੇ ਐਕਟਿਵ ਵੌਇਸ 'ਚ ਥਰਡ ਹੈ ਤਾਂ ਉਹ ਸੇਮ ਰਹੇਗੀ ਬਟ ਜੇ ਫਰਸਟ ਜਾਂ ਸੈਕੰਡ ਵਰਬ ਦੀ ਫਾਰਮ ਦਿੱਤੀ ਹੋਈ ਹੈ ਤਾਂ ਉਹ ਥਰਡ ਦੇ ਵਿੱਚ ਚੇਂਜ ਹੋ ਜਾਏਗੀ ਬਟ ਟੈਂਸ ਦੇ ਅਕੋਰਡਿੰਗ ਆਕਸਿਲਰੀ ਵਰਬਸ ਅਸੀਂ ਦਵਾਂਗੇ ਜਿਸ ਤਰ੍ਹਾਂ ਪ੍ਰੈਜ਼ੈਂਟ ਇੰਡੈਫੀਨਿਟ ਸੀਗਾ ਪ੍ਰੈਜ਼ੈਂਟ ਇੰਡੈਫੀਨਿਟ ਫਰਸਟ ਜੋ ਸਬ ਟਾਈਪ ਹੈ ਟੈਂਸ ਦੀ ਉਹਦੇ ਵਿੱਚ ਅਸੀਂ ਵਰਬ ਦੀ ਫਰਸਟ ਫਾਰਮ ਜਾਂ ਫਰਸਟ ਫਾਰਮ ਨਾਲ ਐਸ ਲਗਾਉਂਦੇ ਆ ਨੈਗੇਟਿਵ ਇੰਟਰੋਗੇਟਿਵ ਸੈਂਟੈਂਸਸ ਲਈ ਡੂ ਡਸ ਨਾਲ ਫਰਸਟ ਫਾਰਮ ਲੱਗ ਜਾਂਦੀ ਹੈ ਪੈਸਿਵ ਵੌਇਸ ਚ ਚੇਂਜ ਕਰਦੇ ਹੋਏ ਜੋ ਪ੍ਰੈਜ਼ੈਂਟ ਹੈ ਨਾ ਇਹ ਸ਼ੋ ਕਰਨ ਲਈ ਅਸੀਂ ਥਰਡ ਫਾਰਮ ਤੋਂ ਪਹਿਲਾਂ ਇਜ਼ਐਮਆਰ ਲਗਾ ਦਿੰਦੇ ਐਗਜ਼ਾਮਪਲ ਦੇਖੋ ਦੇ ਪਲੇ ਚੈਸ they play chess chess is played by them right chess is played by them because chess is singular in number so it will take is he doesn't tell stories ਜਦੋਂ ਮੈਂ stories ਨੂੰ ਅੱਗੇ ਲੈ ਕੇ ਆਉਂਗੀ subject ਨੂੰ subject ਬਣਾਉਂਗੀ then it will take are note ਜ਼ਰੂਰ ਲੱਗੇਗਾ ਕਿਉਂਕਿ ਇਹ negative sentence ਹੈ stories are not told by him ਨਾ ਤਾਂ ਅਸੀਂ tense change ਕੀਤਾ ਨਾ ਹੀ ਅਸੀਂ sentence ਦੀ type change ਕੀਤੀ ਹੈ ਜੇ affirmative ਹੈ ਤਾਂ affirmative ਬਣਾਇਆ negative ਹੈ ਤਾਂ negative ਬਣਾਇਆ do you favor him क्वेश्चन मार्क देता है इट मीन्स इंट्रोगेटिव सेंटेंस है इज ही फेवर्ड बाय यू फिर मैं इंट्रोगेटिव बनाया मैं जो ऑक्सिलरी वर्ब सीगी वो सब्जेक्ट तो पहला ही लिखी है ही तो पहला ही लिखी है एंड विच मैं क्वेश्चन मार्क लगा के उस सेंटेंस को कंप्लीट कर देता इज ही फेवर्ड बाय यू राइट उसी तरह जो पास्ट इंडेफिनिट की गल करते हैं तो वर्ब की सैकेंड फॉर्म लगती है या डिड के नाल वर्ब की फर्स्ट फॉर्म लगेगी नेगेटिव ਤੇ ਇੰਟਰੋਗੇਟਿਵ ਸੈਂਟੈਂਸਸ ਲਿਖਦੇ ਹੋਏ ਐਂਡ ਪਾਸਟ ਦੀ ਰਿਫਲੈਕਸ਼ਨ ਦੇ ਲਈ ਜੋ ਆਕਸਿਲਰੀ ਵਰਬ ਲੱਗੇਗੀ ਥਰਡ ਫਾਰਮ ਤੋਂ ਪਹਿਲਾਂ ਉਹ ਵਾਸ ਵਰਡ ਹੋ ਜਾਏਗਾ ਡਿਪੈਂਡਿੰਗ ਅਪਨ the subject given in the sentence right example I bought a car I bought a new car and the passive ਕੀ ਬਣੇਗਾ a new car was bought by me right ਜੇ 네ਗੇਟਿਵ ਦੀ ਗੱਲ ਕਰੀਏ she didn't like them ਤੁਸੀਂ ਇਹ ਵੀ ਸੋਚ ਰਹੇ ਹੋਗੇ ਕਿ ਮੈਮ ਨੇ ਹਰ ਜਗ੍ਹਾ ਇੱਕ ਅਲੱਗ ਸੈਂਟੈਂਸ ਲਿਖ ਦਿੱਤਾ ਉਸੇ ਨੂੰ ਕਿਉਂ ਨਹੀਂ ਚੇਂਜ ਕਰੇ 네ਗੇਟਿਵ ਦੇ ਵਿੱਚ ਮੈਂ ਕਰ ਸਕਦੀ ਸੀ ਡੈਲੀਬਰੇਟਲੀ ਨਹੀਂ ਕੀਤਾ ਕਿਉਂਕਿ ਮੈਂ ਤੁਹਾਨੂੰ ਇੱਕ ਰੇਂਜ ਆਫ ਵੋਕੈਬਲਰੀ ਦਾ ਐਕਸਪੀਰੀਅੰਸ ਦਿਵਾਉਣਾ ਚਾਹੁੰਦੀ ਸੀਗੀ ਤੇ ਦੂਸਰਾ ਮੈਂ ਚਾਹੁੰਦੀ ਸੀ ਕਿ ਤੁਸੀਂ ਜਿੰਨੇ ਪੋਸੀਬਲ ਹੋ ਸਕੋ ਉਹਨੇ ਸੈਂਟੈਂਸਸ ਦੇ ਗੋ ਥਰੂ ਹੋ ਜਾਓ ਉਹਨੇ ਪੜ੍ਹ ਲਓ ਤਾਂ ਤੁਹਾਡੇ ਲਈ ਚੰਗਾ ਹੋਏਗਾ you will become more confident and that will become the part of your expression also she didn't like them negative हो गया they were not liked by her they were not liked by her okay past indefinite the interrogative sentence देखिए did he help you did he help you then passive की बनेगा were you helped by him
ਸੋ ਆ ਰੂਲ ਦੇਖੋ ਤੁਸੀਂ was word ਨਾਲ ਥਰਡ ਫਾਰਮ ਲਗਾਣੀ ਸੀ ਤੇ ਅਸੀਂ ਇਹ ਤਿੰਨੋਂ ਸੈਂਟੈਂਸਸ ਦੇ ਵਿੱਚ was word ਦੇ ਨਾਲ ਥਰਡ ਫਾਰਮ ਹੀ ਲਗਾਈ ਹੈ was word ਲਿਖਦੇ ਹੋਏ ਅਸੀਂ ਧਿਆਨ ਰੱਖਿਆ ਕਿ ਸਾਡਾ ਸਬਜੈਕਟ ਕੀ ਆ ਰਿਹਾ ਸੈਂਟੈਂਸ ਦੇ ਵਿੱਚ ਰਾਈਟ ਜਦੋਂ ਅਸੀਂ ਫਿਊਚਰ ਇੰਡੈਫੀਨਿਟ ਦੀ ਗੱਲ ਕਰਦੇ ਆ ਫਿਊਚਰ ਲਈ ਤੁਹਾਨੂੰ ਪਤਾ ਵਿਲ ਸ਼ੈਲ ਆਏਗਾ ਹੀ ਆਏਗਾ ਸਿੰਪਲ ਫਿਊਚਰ ਦੇ ਵਿੱਚ ਜਾਂ ਇੰਡੈਫੀਨਿਟ ਦੇ ਵਿੱਚ ਉਹਦੇ ਨਾਲ ਵਰਬ ਦੀ ਫਰਸਟ ਫਾਰਮ ਲੱਗ ਜਾਂਦੀ ਹੈ ਇਸੇ ਨੂੰ ਜਦ ਪੈਸਿਵ ਦੇ ਵਿੱਚ ਚੇਂਜ ਕਰੋਗੇ ਤਾਂ ਵਿਲ ਸ਼ੈਲ ਨਾਲ ਬੀ ਲੱਗ ਜਾਏਗਾ ਫਿਰ ਫਰਸਟ ਆਪਣੇ ਆਪ ਚੇਂਜ ਹੋ ਜਾਏਗੀ ਥਰਡ ਦੇ ਵਿੱਚ ਆਈ ਸ਼ੈਲ ਡਿਫੀਟ ਦ ਓਪੋਨੈਂਟ ਮੇਰਾ ਅਫਰਮੇਟਿਵ ਸੈਂਟੈਂਸ ਹੈ ਦ ਓਪੋਨੈਂਟ ਵਿਲ ਬੀ ਡਿਫੀਟਡ ਬਾय ਮੀ राइट जे मैं ਇਹਦਾ 네ਗੇਟਿਵ ਲਵਾਂ ਫਿਊਚਰ ਇੰਡੈਫੀਨਿਟ ਦਾ ਮੈਂ ਇਸ ਦਾ 네ਗੇਟਿਵ ਨਹੀਂ ਲੈ ਰਹੀ ਇਸ ਸੈਂਟੈਂਸ ਨੂੰ 네ਗੇਟਿਵ ਚ ਚੇਂਜ ਨਹੀਂ ਕਰ ਰਹੀ ਮੈਂ ਫਿਊਚਰ ਇੰਡੈਫੀਨਿਟ ਦਾ ਇੱਕ 네ਗੇਟਿਵ ਸੈਂਟੈਂਸ ਲੈ ਰਹੀ ਹਾਂ she will not take tea ਤਾਂ ਮੈਂ ਇਹਦਾ ਪੈਸਿਵ ਬਣਾਇਆ tea will not be taken by her right ਫਿਰ ਮੈਂ ਇੰਟਰੋਗੇਟਿਵ ਸੈਂਟੈਂਸ ਲੈਤਾ will you rescue him ਤਾਂ ਉਹਦਾ ਕੀ ਬਣਿਆ will he be rescued by you क्वेश्चन मार्क जरूर लगाना है मैं ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਜਿੱਥੇ ਵੀ ਇੰਟਰੋਗੇਟਿਵ ਸੈਂਟੈਂਸਸ ਹੈ ਤਾਂ ਉਹਦਾ ਮਾਰਕ ਜ਼ਰੂਰ ਦੇਣਾ ਹੈ ਫਾਈਨ ਐਂਡ ਨੈਕਸਟ ਅਸੀਂ ਸਲਾਈਡ ਵੱਲ ਮੂਵ ਕਰਾਂਗੇ ਇਹ ਸਟੂਡੈਂਟਸ ਹੁਣ ਧਿਆਨ ਨਾਲ ਇਹ ਸਾਰੇ ਸੈਂਟੈਂਸਸ ਦੇਖੋ ਜੋ ਇਸ ਸਲਾਈਡ ਦੇ ਉੱਪਰ ਦਿੱਤੇ ਹੋਏ ਆ ਐਕਚੁਅਲੀ ਇਹ ਤੁਹਾਡੀ ਪ੍ਰੈਕਟਿਸ ਦੇ ਲਈ ਹੀ ਸੈਂਟੈਂਸਸ ਦਿੱਤੇ ਹੋਏ ਆ ਤੇ ਤੁਸੀਂ ਜਦੋਂ ਇਸ ਨੂੰ ਧਿਆਨ ਨਾਲ ਸੁਣੋਗੇ ਨਾ ਤੁਸੀਂ ਸਿਰਫ ਇਹੀ ਕਰਨ ਦੇ ਕਾਬਿਲ ਨਹੀਂ ਹੋ ਜਾਓਗੇ ਬਲਕਿ ਤੁਹਾਡੀ ਪ੍ਰਿਸਕ੍ਰਾਈਬਡ ਇੰਗਲਿਸ਼ ਗ੍ਰਾਮਰ ਬੁੱਕ ਦੇ ਵਿੱਚ ਜਿੰਨੀ ਵੀ ਅਨਸੋਲਵਡ ਐਕਸਰਸਾਈਜ਼ਸ ਹੈ ਯੂ ਵਿਲ ਬੀ ਏਬਲ ਟੂ ਅਟੈਂਪਟ them correctly and successfully and that's my promise to every one of you ਸਿਰਫ ਤੁਸੀਂ ਹੁਣ ਅਟੈਂਟਿਵ ਰਹਿਣਾ ਇਹ ਸੈਂਟੈਂਸਸ ਨੂੰ ਕਰਦੇ ਹੋਏ ਫਸਟ ਦੇਖੋ ਫਸਟ ਜੋ 5 ਸੈਂਟੈਂਸਸ ਹੈ ਉਹ ਫਸਟ ਫਾਰਮ ਦਿੱਤੀ ਹੋਈ ਹੈ ਵਰਬ ਦੀ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਚੇਂਜ ਕਰਦੇ ਹੋਏ ਤੁਸੀਂ ਇਸ ਐਮਆਰ ਲਗਾਉਣਾ ਥਰਡ ਫਾਰਮ ਆਫ ਵਰਬ ਤੋਂ ਪਹਿਲਾਂ ਸਬਜੈਕਟ ਤੇ ਆਬਜੈਕਟ ਦਾ ਜੋ ਚੇਂਜ ਕਰਨ ਦਾ ਆਰਡਰ ਹੈ ਉਹ ਸੇਮ ਰਹੇਗਾ ਸਬਜੈਕਟ ਆਬਜੈਕਟ ਦੇ ਵਿੱਚ ਤੇ ਆਬਜੈਕਟ ਸਬਜੈਕਟ ਦੇ ਵਿੱਚ ਚੇਂਜ ਹੋ ਜਾਏਗਾ ਪੈਸਿਵ ਵੌਇਸ ਦਾ ਜੋ ਆਬਜੈਕਟ ਹੈ ਉਹ ਲਿਖਣ ਤੋਂ ਪਹਿਲਾਂ ਤੁਸੀਂ ਇੱਕ ਪ੍ਰੈਪੋਜੀਸ਼ਨ ਲਗਾਓਗੇ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਕਲੀਅਰ ਹੈ ਤੇ ਦੁਬਾਰਾ ਇਸ ਨੂੰ ਰਿਪੀਟ ਕਰਨ ਦੀ ਵੀ ਮੈਨੂੰ ਲੋੜ ਨਹੀਂ ਪਏਗੀ ਮੈਂ ਸਿਰਫ ਫੋਕਸ ਕਰੂੰਗੀ ਵਰਬ ਦੇ ਉੱਪਰ he reviews his work is reviewed by him that was the answer to my first sentence they do not revise their lessons are not revised by them the teacher motivates the students the students are motivated by the teacher she keeps the promise the promise is kept by her does he visit you are you visited by him question mark ਜ਼ਰੂਰ ਲਗਾना है that would make it correct next past indefinite ਤੇ ਜੇ ਅਸੀਂ 5 sentences ਦੇਖੀਏ ਇਹਦਾ ਵੀ ਰੂਲ ਇਹਦੇ ਵਿੱਚ ਦਿੱਤਾ ਹੋਇਆ ਸੈਕੰਡ ਫਾਰਮ ਨੂੰ ਚੇਂਜ ਕਰਨਾ ਥਰਡ ਦੇ ਵਿੱਚ ਤੇ ਉਸ ਤੋਂ ਪਹਿਲਾਂ was word ਆ ਜਾਏਗਾ auxiliary verb ਜੋ past ਦੀ reflection ਹੈ he spoke the truth was spoken by him we admired his progressive approach his progressive approach was admired by us the teacher delivered the lecture the lecture was delivered by the teacher she didn't befool him he wasn't befooled by her did he read the novel was the novel read by him hope clear to all of you now let's move on to the next one future indefinite ਫਿਊਚਰ ਇੰਡੈਫੀਨਿਟ ਦਾ ਵੀ ਰੂਲ ਇੱਥੇ ਦਿੱਤਾ ਹੋਇਆ ਤੁਸੀਂ ਵਿਲ ਸ਼ੈਲ ਤੋਂ ਬਾਅਦ ਸਿਰਫ ਬੀ ਲਗਾ ਦੇਣਾ ਤੇ ਫਰਸਟ ਫਾਰਮ ਨੂੰ ਥਰਡ ਦੇ ਵਿੱਚ ਚੇਂਜ ਕਰ ਦੇਣਾ ਉਹਨਾਂ ਨੂੰ ਹੀ ਇੱਥੇ ਡਿਫਰੈਂਟ ਕਲਰ ਦਿੱਤਾ ਹੋਇਆ ਜਿੱਥੇ ਚੇਂਜਸ ਆਣੀ ਹੈ ਆਈ ਸ਼ੈਲ ਸੇਵ ਮਨੀ ਵਿਲ ਬੀ ਸੇਵਡ ਬਾਈ ਮੀ the students will understand the concept will be understood by the students the teacher will evaluate their performance their performance will be evaluated by the teacher. She will not waste her time. Her time will not be wasted by her. Will they realize their mistake? Will their mistakes be realized by them? Fine. So, AC ਸਾਡੇ four sentences based on the kind of tenses we studied so far. ਤੇ ਇਹ ਹੋਰ ਸਿੰਪਲੀਫਾਈ ਕਰਨ ਲਈ ਵਰਬ ਦੇ ਰੂਲਸ ਜਾਂ ਉਹਨਾਂ ਨੂੰ ਚੇਂਜ ਕਰਨ ਦਾ ਵੇ ਹੁਣ ਅਸੀਂ ਨੈਕਸਟ ਟੈਂਸ ਦੇਖਾਂਗੇ ਇਸ ਸਲਾਈਡ ਦੇ ਵਿੱਚ ਤੁਹਾਨੂੰ
दो सब टाइप्स दित्तियां होईयां प्रेजेंट कॉन्टीन्यूस ते पास्ट कॉन्टीन्यूस फ्यूचर कॉन्टीन्यूस नहीं दिता होया क्योंकि फ्यूचर कॉन्टीन्यूस दे विच एक्टिव वॉइस ही बनते हैं पैसिव वॉइस नहीं चेंज होंदे प्रेजेंट कॉन्टीन्यूस ਤੇ ਪਾਸਟ ਕੰਟੀਨਿਊਸ ਐਕਟਿਵ ਵੌਇਸ ਲਿਖਦੇ ਹੋਏ ਵੀ ਫਰਸਟ ਫਾਰਮ ਦੇ ਨਾਲ ਆਈਐਨਜੀ ਦੋਨਾਂ ਦੇ ਵਿੱਚ ਹੀ ਆਏਗਾ ਕਿਉਂਕਿ ਐਕਸ਼ਨ ਇਨ ਪ੍ਰੋਗਰੈਸ ਹੈ ਕੰਟੀਨਿਊਟੀ ਦੇ ਵਿੱਚ ਸ਼ੋ ਕਰਦੇ ਹਾਂ ਅਸੀਂ प्रेजेंटली इस्तेमाल लगाने हैं पास्टली वॉज वर्ड लगाने हैं सो टेंस जे साडे सेम रहनगे इट मींस इस्तेमाल वॉज वर्ड अकॉर्डिंग टू द सब्जेक्ट हो जाएगा बट ਇਹਦੇ ਵਿੱਚ ਕੋਈ ਚੇਂਜ ਨਹੀਂ ਆਏਗਾ ਟੈਂਸ ਦੇ ਵਿੱਚ ਸੈਂਟੈਂਸਸ ਨੂੰ ਐਕਟਿਵ ਵੌਇਸ ਤੋਂ ਪੈਸਿਵ ਵੌਇਸ ਚੇਂਜ ਕਰਦੇ ਹੋਏ ਫਰਸਟ ਫਾਰਮ ਦੇ ਨਾਲ ਆਈਐਨਜੀ ਲੱਗੀ ਹੋਈ ਹੈ ਇਹ ਆਈਐਨਜੀ ਅਸੀਂ ਰਿਮੂਵ ਕਰਾਂਗੇ ਫਿਰ ਅਸੀਂ ਫਰਸਟ ਫਾਰਮ ਨੂੰ ਥਰਡ ਦੇ ਵਿੱਚ ਚੇਂਜ ਕਰਾਂਗੇ ਉਹ ਵੀ ਸਾਡਾ ਕਲੀਅਰ ਹੈ ਕਿ ਅਸੀਂ ਥਰਡ ਫਾਰਮ ਲਿਖਣੀ ਹੈ ਸੋ ਬੀਇੰਗ ਲੱਗ ਜਾਏਗਾ ਇਹ ਇਜ਼ ਐਮ ਆਰ ਤੋਂ ਬਾਅਦ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਤੇ was word ਤੋਂ ਬਾਅਦ past continuous ਦੇ ਵਿੱਚ ਸਿਰਫ ਤੁਸੀਂ ਇਸ ਚੀਜ਼ ਤੇ ਫੋਕਸ ਕਰਨਾ ing ਜਿੱਥੇ ਫਰਸਟ ਫਾਰਮ ਨਾਲ ਦਿੱਤਾ ਹੈ being ਲਗਾ ਕੇ ਥਰਡ ਫਾਰਮ ਲਿਖਣੀ ਹੈ is am are was were ਜੋ ਵੀ ਦਿੱਤਾ ਹੈ that would always be the same one because it's a reflection of the tense and we are not going to change the tense fine ਹੁਣ ਤੁਸੀਂ present continuous ਦੇ examples ਦੇਖੋ the boys are helping the old lady the old lady is being helped by the boys I'm not listening to the music. The music is not being listened to by me. उन्हें देखो listening to है ना इतने भी मैं listen to लगाता ही इकट्ठे ये prepositional verbs है इतने जितने भी verb ਦੇ ਨਾਲ preposition ਦਿੱਤੀ ਹੈ ਉਸਨੂੰ ਕਦੇ drop ਨਹੀਂ ਕਰਦੇ ਕਿਉਂਕਿ ਇਹਦਾ ਇੱਕ complete meaning ਹੁੰਦਾ ਦੋਨਾਂ ਦਾ ਇਕੱਠਾ ਇੱਕ meaning ਹੁੰਦਾ so I'm not listening to the music isn't being listened to by me. Is she singing a melodious song? Is a melodious song being sung by her? Okay, ਹੁਣ past continuous ਦੀ ਵੀ ਦੇਖੀ ਅਸੀਂ examples. He was cutting down the trees. The trees were being cut down by him. They were not doing the work. Their work wasn't being done by them. Why were you telling a lie? Why was a lie being told by you? ਸੋ ਇਹ ਸੀ ਸਾਡਾ ਕੰਟੀਨਿਊਸ ਟੈਂਸ ਚਲੋ ਹੁਣ ਇਸ ਦਾ ਵੀ ਪ੍ਰੈਕਟਿਸ ਮਟੀਰੀਅਲ ਦੇਖੀਏ ਸੋ ਹੇਅਰ ਇਟ ਇਜ਼ ਸੋ ਇੱਥੇ ਫਿਰ ਮੈਂ ਤੁਹਾਨੂੰ ਸੈਂਟੈਂਸਸ ਦਿੱਤੇ ਸੈਂਟੈਂਸਸ ਦੇ ਨਾਲ ਮੈਂ ਰਾਈਟ ਸਾਈਡ ਤੇ ਜੇ ਤੁਸੀਂ ਦੇਖੋ ਸਲਾਈਡ ਤੇ ਮੈਂ ਤੁਹਾਨੂੰ ਜੋ ਚੇਂਜਸ ਆਣੀਆਂ ਵਰਬ ਦੇ ਵਿੱਚ ਉਹ ਸ਼ੋ ਕੀਤੀ ਹੋਈਆਂ ਵਰਬ ਦੀ ਫਸਟ ਫਾਰਮ ਆਈਐਨਜੀ ਜਿੱਥੇ ਵੀ ਲਿਖੀ ਹੁੰਦੀ ਹੈ ਚਾਹੇ ਪ੍ਰੈਜ਼ੈਂਟ ਕੰਟੀਨਿਊਸ ਹੈ ਜਾਂ ਪਾਸਟ ਕੰਟੀਨਿਊਸ ਹੈ ਤੁਸੀਂ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਦੇ ਹੋਏ ਬੀਇੰਗ ਦੇ ਨਾਲ ਵਰਬ ਦੀ ਥਰਡ ਫਾਰਮ ਦੇ ਦਿੰਦੇ क्लियर है टेंस सेम रहेगा बट इज एम आर या वॉज वर्ड जो भी कुछ दिता हुआ है वो सब्जेक्ट जो है सेंटेंस है उससे अकॉर्डिंगली लिखा जाएगा फर्स्ट जैसे सेंटेंस देखें स्लाइड है हिज मेकिंग पिज्जा पिज्जा इज बीइंग मेड बाय हिम आर यू रीडिंग हैमलेट इज हैमलेट बीइंग read by you she is driving a car is being driven by her what's she doing what is being done by her they are paying the rent is being paid by them past continuous sentences te niga mariye the teacher was advising the boy was being advised by the teacher who was reading the novel वो हमेशा जो है चेंज होएगा बाय होम ਦੇ ਵਿੱਚ ਤੇ ਆਪਣੀ ਸੇਮ ਪਲੇਸ ਤੇ ਰਹੇਗਾ ਇੰਟਰੋਗੇਟਿਵ ਸੈਂਟੈਂਸ ਦੇ ਲਈ ਆਕਸਿਲਰੀ ਵਰਬ ਫਿਰ right after this interrogative word लिखा जाएगा who was reading the novel by whom was the novel being read question mark they were finalizing the deal was being finalized by them she wasn't laughing at them they were not being laughed at by her ਇੱਥੇ ਵੀ ਦੇਖੋ laughing at ਇਹ prepositional verb ਹੈ ਮੈਂ ਦੋਨਾਂ ਨੂੰ ਇਕੱਠੇ ਹੀ ਰੱਖਿਆ active voice ਤੋਂ passive voice ਦੇ ਵਿੱਚ change ਕਰਦੇ ਹੋਏ You were giving them an extra chance. ਇਹ ਜੋ sentence ਹੈ ਨਾ ਇਹਦੇ ਵਿੱਚ ਦੋ object ਆ ਗਏ them an extra chance ਇਹਨਾਂ ਨੂੰ ਤੁਸੀਂ ਦੋ ਤਰੀਕੇ ਦੇ ਨਾਲ active voice ਤੋਂ passive voice change ਕਰ ਸਕਦੇ ਹੋ ਜੇ ਮੈਂ first object ਤੋਂ change ਕਰਨਾ ਚਾਹਾਂ ਤਾਂ ਮੈਂ ਕੀ ਲਿਖੂੰਗੀ they were being given an extra chance by you एक हो गया दूसरा जे मैं an extra chance तो start करना चाहूँ sentence तो की बनेगा an extra chance was being given to them
by you। बस इस चीज़ का ध्यान रखना, ਤੁਸੀਂ ਜੇ ਸੈਕੰਡ ਆਬਜੈਕਟ ਤੋਂ ਚੇਂਜ ਕਰ ਰਹੇ ਹੋ ਨਾ ਐਕਟਿਵ ਵੌਇਸ ਨੂੰ ਪੈਸਿਵ ਵੌਇਸ ਦੇ ਵਿੱਚ, ਤਾਂ ਫਿਰ ਤੁਸੀਂ ਜੋ ਫਸਟ ਆਬਜੈਕਟ ਹੈ ਉਸ ਤੋਂ ਪਹਿਲਾਂ ਇੱਕ ਪ੍ਰਪੋਜੀਸ਼ਨ ਟੂ ਦੋਗੇ। ਐਨ ਐਕਸਟਰਾ ਚਾਂਸ was being given to them by you। Clear? Okay, let me move to the next one। ਇਸ ਸਲਾਈਡ ਨੂੰ ਧਿਆਨ ਨਾਲ ਦੇਖੋ। ਇਹ ਸਲਾਈਡ ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ ਤੇ ਫਿਊਚਰ ਪਰਫੈਕਟ ਦੇ ਉੱਪਰ ਬੇਸਡ ਹੈ। ਤੇ ਜੇ ਤੁਸੀਂ ਐਕਟਿਵ ਵੌਇਸ ਨੂੰ ਧਿਆਨ ਨਾਲ ਨਿਗਾਹ ਮਾਰੋ, ਤੁਸੀਂ ਦੇਖੋਗੇ ਕਿ ਤਿੰਨਾਂ ਦੇ ਵਿੱਚ ਵਰਬ ਦੀ ਥਰਡ ਫਾਰਮ ਲੱਗੀ ਹੋਈ ਹੈ। ਡਿਫਰੈਂਸ ਕੀ ਹੈ? ਪ੍ਰੈਜ਼ੈਂਟ ਦੇ ਲਈ ਹੈਜ਼ ਹੈਵ ਲੱਗਿਆ, ਪਾਸਟ ਲਈ ਹੈਡ ਲੱਗਿਆ ਤੇ ਫਿਊਚਰ ਪਰਫੈਕਟ ਲਈ ਵਿਲ ਔਰ ਸ਼ੈਲ ਦੇ ਨਾਲ ਹੈਵ ਲੱਗਿਆ। ਵਰਬ ਸੇਮ ਹੈ, ਥਰਡ ਫਾਰਮ ਆਫ ਵਰਬ ਇਨ ਆਲ ਥ੍ਰੀ ਸਬ ਟਾਈਪਸ ਆਫ ਟੈਂਸਸ, ਰਾਈਟ। ਤੇ ਜਦੋਂ ਇਹਨੂੰ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਨਾ, ਸਾਰਾ ਸੇਮ ਰਹੇਗਾ। ਸਾਰਾ ਸੇਮ ਕਿਵੇਂ ਰਹੇਗਾ? ਥਰਡ ਫਾਰਮ ਥਰਡ ਹੀ ਰਹੇਗੀ। हैज हैव अकॉर्डिंग टू द सब्जेक्ट ਤੁਸੀਂ ਲਗਾਓਗੇ, ਸਿੰਗੂਲਰ ਹੈ ਤਾਂ हैज ਲਗਾਓਗੇ, ਪਲੂਰਲ ਹੈ ਤਾਂ हैव ਲਗਾਓਗੇ। हैड ਪਾਸਟ ਦੇ ਲਈ ਲਗਾਓਗੇ, ਇਹ ਹਰ ਸਬਜੈਕਟ ਦੇ ਨਾਲ ਲੱਗੇਗਾ। ਵਿਲ ਸ਼ੈਲ ਤੁਸੀਂ ਅਕੋਰਡਿੰਗ ਟੂ ਦ ਸਬਜੈਕਟ ਅਗੇਨ ਲਗਾਓਗੇ, ਆਈ ਵੀ ਦੇ ਨਾਲ ਸ਼ੈਲ ਲੱਗ ਜਾਂਦਾ, ਬਾਕੀ ਸਾਰੇ ਜੋ ਸਬਜੈਕਟ ਹੈ ਉਹ ਵੀ ਲੈ ਲੈਂਦੇ ਆ। ਤੇ ਇਹਨਾਂ ਦੋਨਾਂ ਦੇ ਵਿੱਚ ਜੋ ਵੀ ਲਿਖਿਆ ਉਹਦੇ ਨਾਲ ਹੈਵ ਲੱਗਣਾ ਹੀ ਲੱਗਣਾ। ਸੋ ਡਿਫਰੈਂਸ ਕੀ ਹੋ ਗਿਆ? ਤੁਸੀਂ ਵਰਬ ਦੀ ਥਰਡ ਫਾਰਮ ਤੋਂ ਪਹਿਲਾਂ ਬੀ ਲਗਾਓਗੇ, ਜਾਂ ਕਹਿ ਲਓ ਹੈਜ਼ ਹੈਵ ਹੈਡ ਜਿੱਥੇ ਵੀ ਦਿੱਤਾ ਹੋਇਆ ਉਹਨਾਂ ਤੋਂ ਬਾਅਦ ਦੇ ਵਿੱਚ ਬੀਨ ਲਗਾਓਗੇ, ਰਾਈਟ। ਸੋ ਇਹ ਤੁਸੀਂ ਲਿਖੋਗੇ ਜਦੋਂ ਤੁਸੀਂ ਐਕਟਿਵ ਵੌਇਸ ਤੋਂ ਪੈਸਿਵ ਵੌਇਸ ਦੇ ਵਿੱਚ ਚੇਂਜ ਕਰੋਗੇ। ਹੁਣ ਅਸੀਂ ਐਗਜ਼ਾਮਪਲ ਦੇਖੀਏ ਵਨ ਬਾय वन। ਪਹਿਲਾਂ ਅਸੀਂ ਪ੍ਰੈਜ਼ੈਂਟ ਪਰਫੈਕਟ ਹੀ ਦੇਖਾਂਗੇ। ਆਈ ਹੈਵ ਰਿਸੀਵਡ ਅ ਟੈਲੀਗ੍ਰਾਮ, ਅ ਟੈਲੀਗ੍ਰਾਮ ਹੈਜ਼ ਬੀਨ ਰਿਸੀਵਡ ਬਾय मी, right? And second, he hasn't placed an order for a digital camera. An order hasn't been placed for a digital camera by him. Have you kept the secret? Has the secret been kept by you? The postal department had released a new stamp. A new stamp had been released by the postal department. He hadn't issued three tickets. Three tickets hadn't been issued by him. Had you seen a cobra? Had a cobra been seen by you? She will have prepared tea for the guest. Tea will have been prepared for the guest by her. The magistrate will not have awarded the verdict. The verdict will not have been awarded by the magistrate. Will they have narrated the whole saga? Will the whole saga have been narrated by them? So A ਸੀਗੀ example perfect subtype of tense ਦੀ, right? ਤੇ ਚੇਂਜ ਤੁਸੀਂ ਕੀ ਦੇਖਿਆ ਕਿ ਥਰਡ ਫਾਰਮ ਆਫ ਵਰਬ ਜਿੱਥੇ ਵੀ ਦਿੱਤੀ ਹੋਈ ਹੈ ਉਸ ਤੋਂ ਪਹਿਲਾਂ ਤੁਸੀਂ ਬੀਨ ਲਗਾ ਦਿੱਤਾ। ਤੇ ਥਰਡ ਫਾਰਮ ਹਰ ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ, ਫਿਊਚਰ ਪਰਫੈਕਟ ਦੀ ਗੱਲ ਕਰੀਏ, ਹਰ ਪਰਫੈਕਟ ਟੈਂਸ ਦੇ ਵਿੱਚ ਵਰਬ ਦੀ ਥਰਡ ਫਾਰਮ ਹੀ ਲੱਗੀ ਹੋਏਗੀ। ਡਿਫਰੈਂਸ ਹੋਏਗਾ ਹੈਜ਼ ਹੈਵ ਦਾ, had the ਜਾਂ will have, shall have the, right? और नेक्स्ट ਅਸੀਂ देखिए फिर प्रैक्टिस मटेरियल इस स्लाइड ਦਾ। देखो ਇੱਥੇ ਫਿਰ 5 ਸੈਂਟੈਂਸਸ ਦਿੱਤੇ ਹੋਏ ਆ ਹਰ ਡਿਫਰੈਂਟ ਟਾਈਪ ਆਫ ਟੈਂਸ ਦੇ ਲਈ। ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ, ਫਿਊਚਰ ਪਰਫੈਕਟ ਤੇ ਫਿਰ ਇੱਥੇ ਜੋ ਰੂਲਸ ਹੈ ਸਿੰਪਲੀਫਾਈ ਕਰਕੇ ਇੱਥੇ ਅਲੱਗ ਤੋਂ ਤੁਹਾਨੂੰ ਸ਼ੋ ਕੀਤੇ ਹੋਏ ਆ। ਬੀਨ ਹੈ ਉਹ ਹਾਈਲਾਈਟ ਵੀ ਕੀਤਾ ਹੋਇਆ, ਬੀਨ ਇਸ ਲਈ ਹਾਈਲਾਈਟ ਕੀਤਾ ਹੋਇਆ, ਬਾਕੀ ਸਭ ਸੇਮ ਹੀ ਰਹੇਗਾ, ਸਿਰਫ ਇੱਕ ਵਰਬ ਦੀ ਥਰਡ ਫਾਰਮ ਤੋਂ ਪਹਿਲਾਂ ਬੀਨ ਲਗਾਣਾ। Sentences देखिए। He has attended the online classes. The online classes have been attended by him. They have found the lost article. The lost article has been found by them. The teacher has marked the assignments. The assignments have been marked by the teacher. She has sent me an expensive gift. An expensive gift has been sent to me by her, or I have been sent an expensive gift by her. Has the boy performed the task? Has the task been performed by the boy? Question mark. Past perfect. He had given you a check for your wedding. You had been given a check for your wedding by him. We hadn't believed it. It hadn't been believed by us. Had you tried the second option? Had the second option been tried by you? She hadn't faced the situation. The situation hadn't been faced by her. She had accepted the invitation card. The invitation card had been accepted by her. Okay, next future perfect. I shall have finalized the deal. The deal will have been finalized by me.
The student will have exercised their willpower. The willpower will have been exercised by the students. The teacher will have chosen the perfect background. The perfect background will have been chosen by the teacher. She will not have arranged all the things on the table. All the things will not have been arranged on the table by her. Will they have paid their rent? Will their rent have been paid by them? And question mark. क्लियर। मैं जानबूझ के सेंटेंसेस लिखे हैं ताकि ਜਦੋਂ मैं सेंटेंसेस बोलना ਤਾਂ ਤੁਹਾਡੇ ਮਾਈਂਡ ਦੇ ਵੀ ਤੁਹਾਡੇ ਆਪਣੇ सेंटेंसेस ਫਰੇਮ ਹੋਣੇ ਸ਼ੁਰੂ ਹੋ ਜਾਣ ਤੇ ਤੁਸੀਂ ਬਾਰ-ਬਾਰ ਇਹ सेंटेंसेस ਨੂੰ ਜਦੋਂ ਜਿੰਨਾ ਵੀ ਪ੍ਰੈਕਟਿਸ ਦੇ ਵਿੱਚ ਲੈ ਕੇ ਆਓਗੇ ਇੱਕ ਤੁਹਾਡੀ ਸਪੀਕਿੰਗ ਇੰਪਰੂਵ ਕਰੇਗੀ ਤੁਹਾਡਾ ਰਾਈਟਿੰਗ ਐਕਸਪ੍ਰੈਸ਼ਨ ਵੀ ਇੰਪਰੂਵ ਕਰੇਗਾ ਕਿਉਂਕਿ ਤੁਹਾਡੇ ਕੋਲ ਵੋਕੈਬਲਰੀ ਦੇ ਕਾਫੀ ਵਰਡਸ ਹੋ ਜਾਣਗੇ ਲਿਖਣ ਵਾਲੇ ਤੁਸੀਂ ਕੌਨਫੀਡੈਂਟ ਵੀ ਹੋ ਜਾਓਗੇ ਇੱਕ ਹੁੰਦਾ ਹੈ ਕਿ ਇੱਕ ਸੈਂਟੈਂਸ ਨੂੰ ਤੁਸੀਂ ਬਾਰ-ਬਾਰ ਕਰ ਰਹੇ ਹੋ ਇੱਕ ਤੁਸੀਂ ਡਿਫਰੈਂਟ ਸੈਂਟੈਂਸਸ ਨੂੰ ਤੁਸੀਂ ਕਰ ਰਹੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਆਪਣੇ ਆਪ ਵਿੱਚ ਇੱਕ ਕੌਨਫੀਡੈਂਸ ਫੀਲ ਹੋਏਗਾ ਕਿਸ ਚੀਜ਼ ਦਾ ਕਿ ਆਈ ਕੈਨ ਡੂ ਇਟ ਮੈਂ 20-25 ਕਰ ਲੇ ਤੇ ਜੇ ਹੋਰ ਵੀ ਆ ਜਾਣ ਸਿਮਿਲਰ ਟਾਈਪ ਦੇ ਮੈਂ ਕਰ ਸਕਦਾ ਜਾਂ ਮੈਂ ਕਰ ਸਕਦੀ ਹਾਂ ਚਲੋ ਹੁਣ ਉਸ ਤੋਂ ਬਾਅਦ ਅਸੀਂ ਜੋ ਟੈਂਸਸ ਸੀਗੇ ਹੁਣ ਤੱਕ ਅਸੀਂ ਉਹ ਸਾਰੇ ਦੇਖੇ ਟੈਂਸਸ ਦੇ ਸਬ ਟਾਈਪ ਦੇਖੇ ਇਨਡੈਫੀਨਿਟ ਤੇ ਤਿੰਨੋਂ ਟੈਂਸਸ ਚੇਂਜ ਹੁੰਦੇ ਆ ਪ੍ਰੈਜ਼ੈਂਟ ਇੰਡੈਫੀਨਿਟ ਪਾਸਟ ਇੰਡੈਫੀਨਿਟ ਤੇ ਫਿਊਚਰ ਇੰਡੈਫੀਨਿਟ ਉਸ ਤੋਂ ਬਾਅਦ ਪ੍ਰੈਜ਼ੈਂਟ ਕੰਟੀਨਿਊਸ ਤੇ ਪਾਸਟ ਕੰਟੀਨਿਊਸ ਨੂੰ ਅਸੀਂ ਚੇਂਜ ਕੀਤਾ ਫਿਰ ਅਸੀਂ ਪ੍ਰੈਜ਼ੈਂਟ perfect past perfect ਤੇ future perfect ਨੂੰ change ਕੀਤਾ ਇਟ ਮੀਨਸ ਜਿਹੜੀ four sub type ਸੀਗੀ future continuous present perfect continuous past perfect continuous ਤੇ future perfect continuous ਇਹ change ਨਹੀਂ ਹੋਣਗੀਆਂ ਸੋ ਇਸ ਤੋਂ ਬਾਅਦ ਅਸੀਂ ਅੱਗੇ ਵਧਦੇ ਹਾਂ ਕੁਝ ਹੋਰ sentences ਹਨ ਸਾਡੇ ਕੋਲ first ਇਹਦੇ ਵਿੱਚ ਮੈਂ ਲਿੱਤਾ imperative ਇੰਪੈरेटिव ਦੇ ਵਿੱਚ ਸੈਂਟੈਂਸ ਹੈ ਜੋ ਵਰਬ ਦੀ ਫਸਟ ਫਾਰਮ ਦੇ ਨਾਲ ਹੀ ਸਟਾਰਟ ਹੁੰਦਾ ਹੈ ਕਿਉਂ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਸਬਜੈਕਟ ਅੰਡਰਸਟੂਡ ਹੁੰਦਾ ਹੈ ਐਂਡ ਇਸ ਤਰ੍ਹਾਂ ਜੋ ਸੈਂਟੈਂਸਸ ਆ ਜਦੋਂ ਐਕਟਿਵ ਵੌਇਸ ਦੇ ਵਿੱਚ ਲਿਖੇ ਜਾਂਦੇ ਆ ਫਸਟ ਫਾਰਮ ਤੋਂ ਬਾਅਦ ਆਬਜੈਕਟ ਦਿੱਤੀ ਹੁੰਦੀ ਹੈ ਉਸਨੂੰ ਤਿੰਨ ਡਿਫਰੈਂਟ ਟਾਈਪ ਦੇ ਨਾਲ ਅਸੀਂ ਚੇਂਜ ਕਰ ਸਕਦੇ ਹਾਂ ਪਾਸਿਵ ਵੌਇਸ ਦੇ ਵਿੱਚ ਇਹ ਵੀ ਡਿਪੈਂਡ ਕਰਦਾ ਉਸਦੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਫਿਰ ਫਰਦਰ ਤੁਹਾਡੀ ਸਕਿੱਲ ਦੇ ਉੱਪਰ ਤੇ ਤੁਹਾਡੀ ਰਿਟੈਂਸ਼ਨ कैपेबिलिटी ਦੇ ਉੱਪਰ ਡਿਪੈਂਡ ਕਰਦਾ ਹੈ ਕਿਸ ਤਰ੍ਹਾਂ ਇੱਕ ਡੂ ਇਟ ਜਿਸ ਤਰ੍ਹਾਂ ਸੈਂਟੈਂਸ ਲੈਤਾ ਹੋਇਆ ਮੈਂ ਇਸ ਨੂੰ ਕਿਵੇਂ ਤੁਸੀਂ ਤਿੰਨ ਤਰੀਕੇ ਨਾਲ ਚੇਂਜ ਕਰ ਸਕਦੇ ਹੋ ਲੈਟ ਇਟ ਬੀ ਡਨ ਫਰਸਟ it should be done second you are instructed to do it you are instructed to do it so next ਜੋ ਕੈਟੇਗਰੀ ਹੈ ਉਹਦੇ ਵਿੱਚ ਅਸੀਂ ਇਨਫਿਨਿਟਿਵ ਦੀ ਗੱਲ ਕਰਾਂਗੇ ਇਨਫਿਨਿਟਿਵ ਦੇ ਵਿੱਚ ਕੀ ਹੁੰਦਾ ਟੂ ਦੇ ਨਾਲ ਫਰਸਟ ਫਾਰਮ ਲੱਗਦੀ ਹੈ ਇਨਫਿਨਿਟਿਵ ਵੀ ਟੂ ਇਨਫਿਨਿਟਿਵ ਹੋ ਜਾਂਦਾ ਹੈ ਪਿਓਰ ਇਨਫਿਨਿਟਿਵ ਹੋ ਜਾਂਦੇ ਇੱਥੇ ਮੈਂ ਟੂ ਇਨਫਿਨਿਟਿਵ ਦੀ ਗੱਲ ਕਰ ਰਹੀ ਹਾਂ ਟੂ ਦੇ ਨਾਲ ਜੋ ਫਰਸਟ ਫਾਰਮ ਲੱਗਦੀ ਹੈ ਜਦੋਂ ਟੂ ਨਾਲ ਫਰਸਟ ਫਾਰਮ ਲੱਗੀ ਹੁੰਦੀ ਹੈ ਤਾਂ ਇਹਨਾਂ ਦੋਨਾਂ ਦੇ ਵਿੱਚ ਇਨ ਬਿਟਵੀਨ ਬੀ ਲੱਗ ਜਾਂਦਾ ਫਿਰ ਫਰਸਟ ਫਾਰਮ ਥਰਡ ਦੇ ਵਿੱਚ ਚੇਂਜ ਹੋ ਜਾਂਦੀ ਹੈ ਐਗਜ਼ਾਮਪਲ ਯੂ ਹੈਵ ਟੂ ਫਿਨਿਸ਼ the task has to be finished by you clear and next है models आगे जिन्ने भी models हैं grammar ਦੇ ਵਿੱਚ can must me might would should could ought to even है ना ਇਹ ਸਾਰੇ ਮਾਡਲ ਆਪਣੀ ਆਵਾਜ਼ ਵਰਬ ਦੀ ਫਰਸਟ ਫਾਰਮ ਲੈਣੇ ਆ ਜਦੋਂ ਅਸੀਂ ਐਕਟਿਵ ਵੌਇਸ ਦੇ ਵਿੱਚ ਸੈਂਟੈਂਸ ਬਣਾਉਂਦੇ ਹਾਂ ਤੇ ਜਦੋਂ ਇਹਨਾਂ ਨੂੰ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਦੇ ਆ ਤਾਂ ਹਰ ਮਾਡਲ ਤੋਂ ਬਾਅਦ ਵੀ ਲੱਗ ਜਾਂਦਾ ਤੇ ਫਿਰ ਵਰਬ ਦੀ ਫਰਸਟ ਫਾਰਮ ਹੈ ਜੋ ਥਰਡ ਦੇ ਵਿੱਚ ਚੇਂਜ ਹੋ ਜਾਂਦੀ ਹੈ ਐਗਜ਼ਾਮਪਲ ਦਿੱਤੀ ਹੈ ਯੂ ਕੈਨ ਸੋਲਵ ਯੋਰ ਇਸ਼ੂ एंड पैसिव वॉइस की बनेगा योर इश्यू कैन बी सॉल्व्ड बाय यू क्लियर ओके क्लियर है तो नेक्स्ट चलिए ओके सो ਹੁਣ ਇਹ ਸਾਡੇ ਕੋਲ ਸੈਂਟੈਂਸਸ ਹੈ ਸਾਡੀ ਪ੍ਰੈਕਟਿਸ ਦੇ ਲਈ ਤੁਸੀਂ ਇਹਨਾਂ ਨੂੰ ਵੀ ਧਿਆਨ ਨਾਲ ਸੁਣਨਾ ਤੇ ਇਹਨਾਂ ਨੂੰ ਬੇਸਡ ਇਹ ਰੂਲਸ ਐਕਟਿਵ ਵੌਇਸ ਤੋਂ ਪੈਸਿਵ ਵੌਇਸ ਚੇਂਜ ਕਰਨ ਦੀ ਕੋਸ਼ਿਸ਼ ਕਰਨੀ ਹੈ ਟਰਨ ਹਰ ਆਊਟ ਯੂ ਆਰ ਆਰਡਰ ਟੂ ਟਰਨ ਹਰ ਆਊਟ Tell her to attend the marriage party. You are asked to tell her to attend the marriage party. Turn on the fan. You are asked to turn on the fan. Please do it fast. मैं देखो बाकी ਦੇ ਵਿੱਚ ਮੇਰੇ ਕੋਲ ਆਪਸ਼ਨ ਸੀਗੀ ਮੈਂ ਡਾਇਰੈਕਟਡ ਵੀ ਕਰ ਸਕਦੀ ਸੀਗੀ ਮੈਂ ਆਰਡਰਡ ਵੀ ਕਰ ਸਕਦੀ ਸੀ ਮੈਂ ਆਸਕਡ ਵੀ ਲਿਖ ਸਕਦੀ ਸੀ ਪਰ ਜਦੋਂ ਪਲੀਜ਼ ਆ ਗਿਆ ਫਿਰ ਮੇਰੇ ਕੋਲ ਆਪਸ਼ਨ ਨਹੀਂ ਹੈ ਮੈਂ ਰਿਕੁਐਸਟਡ ਹੀ ਲਿਖੂੰਗੀ You are requested to do it fast. Open the door. ਜੇ ਤੁਸੀਂ ਕਿਸੇ subordinate ਨੂੰ ਕਹਿ ਰਹੇ ਹੋ ਤੁਸੀਂ ਕਹੋਗੇ You are ordered to open the door. ਜੇ ਤੁਸੀਂ ਕਿਸੇ ਕਲੀਗ ਨੂੰ ਕਹਿ ਰਹੇ ਹੋ ਯੂ ਆਰ ਆਸਕਡ ਟੂ ਓਪਨ ਦ ਡੋਰ ਰਾਈਟ ਐਂਡ ਉਸੇ ਤਰ੍ਹਾਂ ਇਨਫਿਨਿਟਿਵਸ ਨੂੰ ਜਦੋਂ ਅਸੀਂ ਚੇਂਜ ਕਰਾਂਗੇ ਆਮ ਸ਼ੋਰ ਟੂ ਵਿਨ ਦ ਪ੍ਰਾਈਜ਼ ਟੂ ਦੇ ਨਾਲ ਬੀ ਲਗਾ ਕੇ ਥਰਡ ਫਾਰਮ ਅਸੀਂ ਲਿਖਣੀ ਹੈ ਵਰਬ ਦੀ ਫਰਸਟ ਫਾਰਮ ਨੂੰ ਥਰਡ ਦੇ ਵਿੱਚ ਚੇਂਜ ਕਰਨਾ ਆਮ ਸ਼ੋਰ ਟੂ ਵਿਨ ਦ ਪ੍ਰਾਈਜ਼ ਇਜ਼ ਸ਼ੋਰ ਟੂ ਬੀ ਵਨ ਬਾय ਮੀ
The judges had to praise him. He had to be praised by the judges. You will have to help him. He will have to be helped by you. He has to recommend my work. My work has to be recommended by him. Will I have to drink the entire milk? Will the entire milk have to be drunk by me? Right? Next a model, you could lend me some money. मैं first object तो change करूँगी. I could be lent some money by you. Your effort must be a fruit. Fruit must be borne by your efforts. We shall keep our area clean. Our area will be kept clean by us. He can solve your problem. Your problem can be solved by him. Children should obey their parents. The parents should be obeyed by children. Okay, so A भी हो गया मेरा. ਨੈਕਸਟ ਉਹਨੇ ਸਲਾਈਡ ਦੇ ਉੱਪਰ ਫਿਰ ਸਾਰੇ ਜਿੰਨੇ ਹੁਣ ਤੱਕ ਅਸੀਂ ਸਟੱਡੀ ਕੀਤੇ ਆ ਉਹਨਾਂ ਸਾਰਿਆਂ ਨੂੰ ਮੈਂ ਡਿਪਿਕਟ ਕੀਤਾ. ਫਸਟ ਦੇਖੋ ਤੁਸੀਂ ਪ੍ਰੈਜ਼ੈਂਟ ਇੰਡੈਫੀਨਿਟ, ਪਾਸਟ ਇੰਡੈਫੀਨਿਟ, ਫਿਊਚਰ ਇੰਡੈਫੀਨਿਟ, ਪ੍ਰੈਜ਼ੈਂਟ ਕੰਟੀਨਿਊਸ, ਪਾਸਟ ਕੰਟੀਨਿਊਸ, ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ, ਫਿਊਚਰ ਪਰਫੈਕਟ, ਇੰਪੈਰੇਟਿਵ, ਇਨਫਿਨਿਟਿਵ ਤੇ ਮਾਡਲ. ਅਸੀਂ ਇਹੀ ਡਿਸਕਸ ਕੀਤੇ ਸੀਗੇ ਨਾ ਤੇ ਸਾਰਿਆਂ ਦੇ ਵਿੱਚ ਵਰਬ ਦੀ ਥਰਡ ਫਾਰਮ ਹੈ, ਇਸ ਲਈ ਇਹਨੂੰ ਅਲੱਗ ਇੱਕ ਕਲਰ ਦਿੱਤਾ ਹੋਇਆ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ ਕਿ ਵਰਬ ਬਾਰੇ ਤਾਂ ਸੋਚਣ ਦੀ ਲੋੜ ਨਹੀਂ. ਪੈਸਿਵ ਦੇ ਵਿੱਚ ਜਦੋਂ ਅਸੀਂ ਚੇਂਜ ਕਰਨਾ ਹੈ, ਐਕਟਿਵ ਵੌਇਸ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਫਸਟ ਫਾਰਮ ਦਿੱਤੀ ਹੋਈ ਹੈ ਇਸ ਐਮ ਆਰ ਥਰਡ ਫਾਰਮ, ਸੈਕਿੰਡ ਫਾਰਮ ਦਿੱਤੀ ਹੈ ਵਾਸ ਵਰ ਥਰਡ ਫਾਰਮ, will shall ਨਾ ਫਸਟ ਫਾਰਮ ਹੈ ਤਾਂ will or shall be ਥਰਡ ਫਾਰਮ, is am are first form ing है, is am are being plus third form, was were first form ing है, was were being plus third form, has have null third है, has have been third form, had null third form है, had been third form, will or shall have third form है, will or shall have been third form. फर्स्ट फॉर्म ना ऑब्जेक्ट तो तीन तरीके से जिस तरह चेंज करेंगे लेट बी, शुड बी या यू आर आस्क्ड, ऑर्डर, रिक्वेस्टेड, कमांडेड अकॉर्डिंग टू द सेंस इट कन्वेज विल बी रिटन. देन टू तो बाद ਤੁਸੀਂ ਫਰਸਟ ਫਾਰਮ ਲਗਾ ਦੋਗੇ, ਫਰਸਟ ਫਾਰਮ ਤੇ ਆਬਜੈਕਟ ਆ ਜਾਏਗਾ ਜੋ ਵੀ ਦਿੱਤਾ ਹੋਇਆ ਸੀ ਇੰਪੈਰੇਟਿਵ ਸੈਂਟੈਂਸ ਦੇ ਵਿੱਚ. ਇਨਫਿਨਿਟਿਵ ਦੇ ਵਿੱਚ ਟੂ ਦੇ ਨਾਲ ਬੀ ਕਰਕੇ ਥਰਡ ਫਾਰਮ, ਮਾਡਲ ਦੇ ਵਿੱਚ ਜੋ ਰਾਈਟ ਆਫਟਰ ਮਾਡਲ ਫਰਸਟ ਫਾਰਮ ਐਕਟਿਵ ਵੌਇਸ ਦੇ ਵਿੱਚ ਲਿਖੇ ਸੀ ਮਾਡਲ ਦੇ ਨਾਲ ਬੀ ਕਰਕੇ ਫਰਸਟ ਫਾਰਮ ਨੂੰ ਥਰਡ ਦੇ ਵਿੱਚ ਚੇਂਜ ਕਰ ਦੋਗੇ. ਲੋ ਹੁਣ ਇੱਥੇ ਹੋਰ ਵੀ ਜ਼ਿਆਦਾ ਇਸ ਨੂੰ ਸਿੰਪਲ ਕਰ ਦਿੱਤਾ. ਮੈਂ ਇੱਥੇ ਸਾਰੇ ਟੈਂਸਸ ਵਗੈਰਾ ਖਤਮ ਕਰ ਦਿੱਤੇ ਹੈ ਨਾ, ਕੁਛ ਨਹੀਂ ਸ਼ੋ ਕੀਤਾ, ਇੰਪੈਰੇਟਿਵ ਨਹੀਂ ਲਿਖਿਆ. ਐਂਡ ਇੱਥੇ ਕੀ ਹੈ ਫਿਰ ਦੇਖੋ ਸਬਜੈਕਟ ਆਬਜੈਕਟ ਚੇਂਜ ਹੋਏਗਾ, ਆਬਜੈਕਟ ਸਬਜੈਕਟ ਚੇਂਜ ਹੋਏਗਾ. ਜੋ ਵਰਬ ਦੀ ਫਰਸਟ ਫਾਰਮ ਦਿੱਤੀ ਹੋਈ ਹੈ ਐਕਟਿਵ ਵੌਇਸ ਦੇ ਵਿੱਚ ਉਹਦੇ ਬਾਅਦ ਇੱਕ ਡਾਇਰੈਕਟ ਆਬਜੈਕਟ ਦਿੱਤਾ ਜਾਏਗਾ. ਪੈਸਿਵ ਵੌਇਸ ਦੇ ਵਿੱਚ ਆਬਜੈਕਟ ਤੋਂ ਪਹਿਲਾਂ ਇੱਕ ਪ੍ਰੈਪੋਜੀਸ਼ਨ ਆ ਜਾਏਗੀ. ਠੀਕ ਹੈ, ਫਰਸਟ ਫਾਰਮ ਹੈ ਉਹ ਜਿੱਥੇ ਵੀ ਜਿਸ ਸੈਂਟੈਂਸ 'ਚ ਦਿੱਤਾ ਹੈ ਤੁਸੀਂ ਜ਼ਮਰ ਲਗਾਓਗੇ, ਵਰਬ ਦੀ ਥਰਡ ਫਾਰਮ ਲੱਗਣੀ ਹੀ ਲੱਗਣੀ ਹੈ, ਇਸ ਲਈ ਮੈਂ ਇਹਦੇ ਬਾਰੇ ਗੱਲ ਨਹੀਂ ਕਰੂੰਗੀ. ਸੈਕਿੰਡ ਫਾਰਮ ਹੈ ਤਾਂ ਵਾਸ ਵਰ ਲਿਖੋਗੇ, ਥਰਡ ਫਾਰਮ ਦਿੱਤੀ ਹੋਈ ਹੈ ਤਾਂ ਥਰਡ ਤੋਂ ਪਹਿਲਾਂ ਬੀਨ ਲੱਗ ਜਾਏਗਾ. फर्स्ट फॉर्म आईएनजी है तो बीइंग लगेगा, विल शैल है तो बी लगेगा, इन्फिनेटिव है तो बी लगेगा, मॉडल के लिए बी लगाओगे तो वर्ब दी फॉर्म केड़ी लगाओगे, थर्ड ही लगाओगे सारे टाइप ऑफ सेंटेंसेस ਦੇ ਲਈ. ਮੈਨੂੰ ਉਮੀਦ ਹੈ ਤੁਹਾਨੂੰ ਇਹ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਚੁੱਕੇ ਹੋਣਗੇ. ਜਿੰਨੇ ਵੀ ਗ੍ਰਾਮਰ ਦੀ ਐਕਸਰਸਾਈਜ਼ ਦੇ ਵਿੱਚ ਸੈਂਟੈਂਸਸ ਦਿੱਤੇ ਹੋਏ ਆ ਕਿਸੇ ਨੂੰ ਵੀ ਅਟੈਂਪਟ ਕਰਨ ਦੇ ਵਿੱਚ ਡਿਫਿਕਲਟੀ ਨਹੀਂ ਆਏਗੀ. ਤੁਸੀਂ ਇੱਕ ਵਾਰ ਗ੍ਰਾਮਰ ਚੱਕ ਕੇ ਦੇਖੋ, ਪ੍ਰਿਸਕ੍ਰਾਈਬਡ ਗ੍ਰਾਮਰ ਫॉर 11th ਐਂਡ 12th ਸਟੈਂਡਰਡ ਬਾय ਪੰਜਾਬ ਸਕੂਲ ਐਜੂਕੇਸ਼ਨ ਬੋਰਡ. ਫਿਰ ਵੀ ਜੇ ਕੋਈ ਹੈਲਪ ਦੀ ਲੋੜ ਹੋਈ ਯੂ ਆਰ ਫ੍ਰੀ ਟੂ ਕਾਲ ਮੀ ਐਨੀ ਟਾਈਮ. ਥੈਂਕ ਯੂ ਵੈਰੀ ਮਚ.